ਅਸੀਂ ਉਸ ਹਿਸਾਬ ਨਾਲ ਇੱਥੇ ਅੱਜ ਬੈਠੇ ਹਾਂ। ਅਸੀਂ ਇਹ ਭੁੱਖ ਹੜਤਾਲ ਤੇ ਬੈਠੇ ਉਦੋਂ ਤੱਕ ਬੈਠੇ ਰਵਾਂਗੇ ਜਦੋਂ ਤੱਕ ਇਹ ਹੰਕਾਰੀ ਮੋਦੀ ਸਰਕਾਰ ਆਪਣੇ ਤੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ। अपना बिल वापस ले ला, नहीं तो तेरे भाजपा के ਜਿਹੜੇ 2-4 ਬੰਦੇ ਰਹਿ ਗਏ ਨੇ, ਸਿਰਫ 2-4 ਗਿਣਤੀ ਦੇ 2-4 ਹੀ ਰਹਿ ਗਏ ਨੇ, ਅਸੀਂ ਉਹਨਾਂ ਦੇ ਨੱਕ 'ਚ ਦਮ ਕਰ ਦੇਵਾਂਗੇ। ਨਾ ਹੀ ਅਸੀਂ ਆਪਣੇ ਨਗਰ 'ਚ ਵੜਨ ਦੇਵਾਂਗੇ, ਨਾ ਹੀ ਤੁਹਾਡਾ ਝੰਡਾ ਤੇ ਨਾ ਹੀ ਤੁਹਾਡਾ ਡੰਡਾ ਲੱਗਣ ਦੇਵਾਂਗੇ। ਵੱਲੋਂ ਅੱਜ ਵੇਰਕੇ ਨਿਵਾਸੀਆਂ ਵੱਲੋਂ ਭੁੱਖ ਹੜਤਾਲ ਤੇ ਬੈਠੇ ਗਏ ਹੋ ਤੇ ਲੋਕਾਂ ਦਾ ਕਿੰਨਾ ਸਮਰਥਨ ਮਿਲ ਰਿਹਾ? पूरा नगर साढ़े नाल है जी। मूदल पिंड जिहड़े नाल साढ़े नाल पिंड लगदे आ, वो साढ़े नाल आ। वो अपना नाम ही सानू दे के गए ने। असी कल शुरू कीती सी और असी ये सोचा सी कि ये 7 दिन ही चलाउणी आ। ਕੇਂਦਰ ਦੇ ਵੱਲੋਂ ਜਿਹੜੇ 3 ਬਿੱਲ ਕਿਸਾਨਾਂ ਦੇ ਉੱਤੇ ਥੋਪੇ ਗਏ ਨੇ ਉਹਦਾ ਵਿਰੋਧ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ। ਪੂਰੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ, ਪੂਰੇ ਭਾਰਤ ਦੀ ਗੱਲ ਕੀਤੀ ਜਾਵੇ, ਆਲ ਇੰਡੀਆ ਦੇ ਵਿੱਚ ਵਿਰੋਧ ਹੋ ਰਿਹਾ। ਪਤਾ ਕਿ ਕਿਸਾਨਾਂ ਨੂੰ ਇਹ ਸਾਡੇ ਜਿਹੜੇ 3 ਬਿੱਲ ਪਾਸ ਕੀਤੇ ਗਏ ਨੇ ਇਹ ਸਾਡੇ ਹੱਕਾਂ ਦੇ ਵਿੱਚ ਨਹੀਂ ਹੈਗੇ, ਪਰ ਕੇਂਦਰ ਸਰਕਾਰ ਜਾਣ ਕੇ ਥੋਪੇ ਦੀ ਗੱਲ ਕੀਤੀ ਜਾ ਰਹੀ। ਜੇ ਗੱਲ ਕੀਤੀ ਅੰਮ੍ਰਿਤਸਰ ਵੇਰਕਾ ਦੀ ਤੇ ਭੁੱਖ ਹੜਤਾਲ ਦੀ ਜਿਹੜੀ ਲੜੀ ਆ ਚਾਲੂ ਹੋ ਗਈ। ਗੱਲਬਾਤ ਵੀ ਕਰਾਂਗੇ ਕਿ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ, ਕੀ ਕਹਿਣਾ ਸਰ? ਕੀ ਨਾਮ ਹੈ ਜੀ? ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ। ਸਰ ਭੁੱਖ ਹੜਤਾਲ ਤੇ ਬੈਠੇ ਹੋ, ਕਿਸਾਨ ਵੀਰ ਦਿੱਲੀ ਕੜਾਕੇ ਦੀ ਠੰਡ ਵਿੱਚ ਬੈਠੇ ਆ, ਦਿੱਲੀ ਕਿਉਂ ਨਹੀਂ ਮਾਰ ਰਹੀ? ਕੇਂਦਰ ਸਰਕਾਰ ਕਿਉਂ ਨਹੀਂ ਆਪਣੀ ਅੜੀ ਤੋੜ ਨਿਕਲ ਰਹੀ? ਵੇਖੋ ਜੀ, ਇਹ ਮੋਦੀ ਸਰਕਾਰ ਦਾ ਹੰਕਾਰ ਆ। ਇੰਨੀ ਠੰਡ ਦੇ ਵਿੱਚ ਕਿਸਾਨ, ਬੱਚੇ, ਬਜ਼ੁਰਗ, ਬੀਬੀਆਂ ਉੱਥੇ ਧਰਨੇ ਤੇ ਦਿੱਲੀ ਲਾ ਕੇ ਦੋਵਾਂ ਬਾਰਡਰਾਂ, ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਬੈਠੇ ਆ। ਬਾਕੀ ਬਾਰਡਰਾਂ ਦੇ ਉੱਤੇ ਵੀ ਰਾਜਸਥਾਨ ਤੋਂ, ਉੱਤਰਾਖੰਡ ਤੋਂ, ਯੂਪੀ ਤੋਂ ਸਾਰੇ ਕਿਸਾਨ ਚੱਲ ਕੇ ਉੱਥੇ ਮੋਰਚਾ ਲਾ ਕੇ ਬੈਠੇ ਆ। ਮੋਦੀ ਸਰਕਾਰ ਦਾ ਇਹ ਹੰਕਾਰ ਨਹੀਂ ਤੇ ਹੋਰ ਕੀ ਆ ਵੀ ਜਿਹੜਾ ਜਦੋਂ ਸਾਰੇ ਜਾਣੇ ਕਿਸਾਨ ਇੱਕ ਚੀਜ਼ ਲਊ ਨਹੀਂ ਹੈਗਾ, ਉਹਨੂੰ ਬਦੋ ਬਦੀ ਦੇ ਰਹੇ ਆ। ਇਹ ਕਿਸਾਨੀ ਜਿਹੜਾ ਬਿੱਲ ਕਰ ਰਹੇ ਆ ਕਾਲੇ ਤੰਨੇ ਕਾਨੂੰਨ, ਅਸੀਂ ਜਦੋਂ ਸਾਨੂੰ ਇਹ ਚੀਜ਼ ਚਾਹੀਦੀ ਨਹੀਂ ਸਾਨੂੰ ਕਿਉਂ ਦੇ ਰਹੇ ਆ? ਇਹ ਸਿਰਫ ਮੋਦੀ ਸਰਕਾਰ ਦਾ ਹੰਕਾਰ ਆ। ਅਸੀਂ ਵੀ ਇੱਥੇ ਪਿੰਡ ਨਗਰ ਵੇਰਕਾ ਵਾਲੇ ਸਾਰੇ ਇਕੱਤਰ ਹੋ ਕੇ ਕਿਸਾਨ ਮਜ਼ਦੂਰ ਏਕਤਾ ਜਿੱਦਾਂ ਵੀ ਆ, ਸਾਨੂੰ ਹੁਕਮ ਲੱਗਾ ਉਤੋਂ ਕਿਸਾਨਾਂ ਦਾ, ਅਸੀਂ ਉਸ ਹਿਸਾਬ ਨਾਲ ਇੱਥੇ ਅੱਜ ਬੈਠੇ ਹਾਂ। ਅਸੀਂ ਇਹ ਭੁੱਖ ਹੜਤਾਲ ਤੇ ਬੈਠੇ ਉਦੋਂ ਤੱਕ ਬੈਠੇ ਰਵਾਂਗੇ ਜਦੋਂ ਤੱਕ ਇਹ ਹੰਕਾਰੀ ਮੋਦੀ ਸਰਕਾਰ ਆਪਣੇ ਤੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ। ਕੇਂਦਰ ਸਰਕਾਰ ਦੇ ਆਗੂਆਂ ਦੇ ਬਾਰੇ ਇੱਕੋ ਗੱਲ ਕਹੀ ਜਾ ਰਹੀ, ਜਿਹੜੇ ਟਰੈਕਾਂ ਤੇ ਕਿਸਾਨ ਬੈਠੇ ਨੇ ਜਾਂ ਦਿੱਲੀ ਆ ਕੇ ਬੈਠੇ ਨੇ, ਇਹ ਕਿਸਾਨੀ ਵਿਚੋਲੇ ਲੱਗਦਾ ਕਿ ਇੱਦਾਂ ਦੀ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਦੇਖੋ ਜੀ, ਇਹ ਕੁਝ ਵਿਕਾਊ ਜਿਹੜੇ ਲੋਕ ਲਿਆ ਕੇ ਉਹਨਾਂ ਕੋ ਅਖਵਾ ਕੇ ਉੱਥੇ ਜਾ ਕੇ ਅਸੀਂ ਵੇਖੀਏ ਕਿਹੜਾ ਕਿਸਾਨ ਨਹੀਂਗਾ। ਕੀ ਆ ਸਾਰੇ ਅਸੀਂ ਕਿਸਾਨ ਨਹੀਂ ਲੱਗਦੇ? ਸਾਨੂੰ ਕਿਹੜੀ ਕਣਕ ਬੀਜਣੀ ਆ, ਕਣਕ ਬੀਜਣੀ ਆ, ਝੋਨਾ ਲਾਉਣਾ ਵਾ, ਕਿਹੜੀਆਂ ਫਸਲਾਂ ਦਾ ਜਾਣਕਾਰੀ ਨਹੀਂ ਹੈਗੀ। ਇਹ ਸਿਰਫ ਮੋਦੀ ਦਾ ਜਿਹੜਾ ਖਰੀਦਿਆ ਹੋਇਆ ਮੀਡੀਆ ਨਾ, ਸਿਰਫ ਇਹ ਉਹ ਅਫਵਾਹਾਂ ਫੈਲਾ ਰਿਹਾ ਵੀ ਇਹ ਕਿਸਾਨ ਨਹੀਂ ਹੈਗੇ ਜੀ, ਇਹ ਦੂਜੇ ਆ। ਇਹ ਜਦ ਕਿ ਤੁਹਾਨੂੰ ਜਾਂ ਦੂਜੇ ਸੋਸ਼ਲ ਮੀਡੀਆ 'ਤੇ ਸਾਰਾ ਜਵਾਬਦੇਹੀ ਹੋ ਰਹੀ ਆ ਵੀ ਇਹ ਕਿਸਾਨ ਨੇ ਜਿੰਨੇ ਉੱਥੇ ਬੈਠੇ ਆ। ਕਿਸਾਨ ਜਥੇਬੰਦੀਆਂ ਉਹ ਅੱਜ ਦੀਆਂ ਨਹੀਂ ਗੀਆਂ, ਇਹ ਕਿੰਨੇ ਪੁਰਾਣੀਆਂ ਤੁਰੀਆਂ ਆਉਂਦੀਆਂ ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਨਾ ਕਿ ਦੂਜੀਆਂ ਕੋਈ ਧਾਰਮਿਕ ਜਾਂ ਹੋ ਰਿਹਾ, ਸਾਰੀਆਂ ਸ਼ਖਸੀਅਤ ਇਕੱਠੀਆਂ ਹੋ ਗਈਆਂ ਹੁਣ ਉੱਥੇ। ਇਹ ਕਿੱਦਾਂ ਕਹਿੰਦੇ ਕਿਸਾਨ ਨਹੀਂ ਗਏ? ਇਹ ਤਾਂ ਸਿਰਫ ਔਰ ਸਿਰਫ ਇੱਕ ਟਕਰਾਅ ਦੀ ਸਥਿਤੀ ਬਣਾਈ ਜਾ ਰਹੀ ਬੀਜੇਪੀ ਸਰਕਾਰ ਵੱਲੋਂ ਵੀ ਲੋਕਾਂ ਨੂੰ ਉਲਟ ਪਾਸੇ ਲੈ ਕੇ ਜਾਇਆ ਜਾਵੇ। ਉਹਨਾਂ ਦਾ ਕੇਂਦਰ ਦੇ ਵੱਲੋਂ ਆਗੂ ਨੇ ਇਹੀ ਕਿਹਾ ਜਾ ਰਿਹਾ ਕਿ ਪੰਜਾਬ ਦੀ ਸਰਕਾਰਾਂ ਗੁੰਮਰਾਹ ਕਰ ਰਹੀਆਂ ਕਿਸਾਨਾਂ ਨੂੰ। ਵੇਖੋ ਜੀ, ਪੰਜਾਬ ਦੀ ਸਰਕਾਰ ਜੇ ਗੁੰਮਰਾਹ ਕਰ ਰਹੀ ਆ, ਅੱਜ ਤੇ ਜੋ ਅਕਾਲੀ ਕਾਂਗਰਸੀ ਆਪ ਜਿੰਨੇ ਸਾਰੇ ਜਥੇਬੰਦੀਆਂ ਜਾਂ ਧਾਰਮਿਕ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਉੱਥੇ ਬੈਠੀਆਂ ਵਾ, ਕਿਸਾਨ ਜਥੇਬੰਦੀਆਂ ਬੈਠੀਆਂ। ਬਾਕੀ ਜੇ ਯੂਪੀ ਦੇ ਵਿੱਚ ਆ ਉੱਥੇ ਦੂਜੀ ਸਰਕਾਰ ਆ, ਉਹ ਕਿਉਂ ਆ ਗਏ ਆ? ਜੇ ਉੱਤਰਾਖੰਡ ਦੇ ਵਿੱਚ ਸਰਕਾਰਾਂ ਹੋਰ ਨੇ ਤੇ ਉਹ ਕਿਉਂ ਆ ਗਈਆਂ? ਉੱਥੋਂ ਨਹੀਂ ਕੀ ਗੱਲ ਕਿਸਾਨ ਆ ਰਹੇ? ਉੱਥੋਂ ਵੀ ਉਹ ਖਰੀਦੇ ਹੋਏ ਕੋਈ ਬੰਦੇ ਆ ਰਹੇ। ਜਿਹੜੀਆਂ ਹੁਣ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋ ਰਹੀਆਂ, ਮੀਟਿੰਗ ਦਾ ਕੋਈ ਸਿੱਟਾ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਮੀਟਿੰਗਾਂ ਕਰਕੇ, ਜਿਹੜਾ 9000 ਕਰੋੜ ਦਾ ਜਿਹੜਾ ਇੱਕ ਲੋਲੀਪੌਪ ਦਿੱਤਾ ਗਿਆ ਕਿਸਾਨਾਂ ਨੂੰ। ਵੇਖੋ ਜੀ, ਜੇ 100 ਰੁਪਈਆ ਸਿਲੰਡਰ ਪਿੱਛੇ ਵਧਾ ਕੇ ਤੇ ਕਿੰਨਾ ਕਨੈਕਸ਼ਨ ਆ ਤੇ ਕਿੰਨੇ ਹਜ਼ਾਰਾਂ ਕਰੋੜ ਇਕੱਠਾ ਕਰ ਲਿਆ, ਤੇ ਇਹ ਤੇ ਮੋਦੀ ਗਵਰਨਮੈਂਟ ਜਿਹੜੀ ਹੈ ਸਿਰਫ ਸਾਈ ਦੇਣ ਦੀ ਆ। ਇਹ ਖਾਤਿਆਂ ਜਿਹੜਾ 1000 2-2000 ਰੁਪਈਆ ਪਾ ਕੇ ਸਾਈ ਦੇਣ ਦੇ ਸਾਨੂੰ ਲੋਕਾਂ ਨੂੰ, ਸਾਨੂੰ ਸ਼ਦਾਈ ਬਣਾ ਰਹੀ ਆ। ਕੀ ਅਸੀਂ ਆਪਣੀਆਂ 2-2000 ਰੁਪਈਏ ਪਿੱਛੇ ਸਾਈਆਂ ਲੈ ਕੇ ਅਸੀਂ ਜ਼ਮੀਨਾਂ ਵੇਚ ਦਈਏ ਇਹਨਾਂ ਦੇ ਵਪਾਰੀਆਂ ਨੂੰ, ਜਿਨ੍ਹਾਂ ਨਾਲ ਇਹਨਾਂ ਨੇ ਅੰਦਰਲੇ ਖਾਤੇ ਜਿਹੜੇ ਕੰਟਰੈਕਟ ਕੀਤੇ ਆ? ਇਹ ਸਾਰਾ ਕਾਰੋਬਾਰੀਆਂ ਲਈ ਸਰਕਾਰ ਆ, ਨਾ ਕਿ ਕਿਸਾਨਾਂ ਦੀ ਸਰਕਾਰ ਆ ਜਿਹੜੀ ਮੋਦੀ ਸਰਕਾਰ ਆ। ਅਸੀਂ ਇਹਦੇ ਬਿਲਕੁਲ ਉਲਟਿਆ ਤੰਨੇ ਕਾਨੂੰਨ ਜਦੋਂ ਤੱਕ ਵਾਪਸ ਨਹੀਂ ਲੈਂਦੀ, ਅਸੀਂ ਇੱਥੇ ਤਰ੍ਹਾਂ ਭੁੱਖ ਹੜਤਾਲਾਂ ਕਰਾਂਗੇ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੋਰ ਵੀ ਨੌਜਵਾਨ ਅੱਗੇ ਨਿਕਲ ਕੇ ਵਾਧੇ ਬਣ ਰਹੇ ਨੇ ਤੇ ਉਹਨਾਂ ਦੇ ਵੱਲੋਂ ਕੀ ਕਿਹਾ ਜਾ ਰਿਹਾ। ਹਾਂਜੀ, ਕੀ ਨਾਮ ਹੈ ਜੀ?
ਸੰਦੀਪ ਸਿੰਘ ਸੰਨੀ ਵੇਰਕਾ। ਸਰ ਕੀ ਕਹਿਣਾ ਚਾਹੁੰਦੇ ਭੁੱਖ ਹੜਤਾਲ ਤੇ ਬੈਠੇ ਹੋ? ਦਿੱਲੀ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਬੈਠੇ ਹੋਏ ਨੇ, ਕਈ ਸ਼ਹੀਦ ਵੀ ਹੋ ਗਏ ਨੇ, ਪਰ ਕੇਂਦਰ ਸਰਕਾਰ ਆਪਣੀ ਅੜੀ ਤੋਂ ਵਾਪਸ ਨਹੀਂ ਆ ਰਹੀ। ਸਰ ਜਿਹੜਾ ਮੋਦੀ ਦੀ ਧੌਣ ਦੇ ਵਿੱਚ ਸਰੀਆ ਅੜਿਆ ਹੋਇਆ ਆ ਅਬਾਨੀਆਂ ਤੇ ਅਡਾਨੀਆਂ ਦਾ, ਉਹ ਬਹੁਤ ਹੀ ਜਲਦ ਸਾਡੇ ਭਾਰਤ ਦੇ ਵਾਸੀ ਕੱਢਣ ਜਾ ਰਹੇ ਆ। ਔਰ ਮੈਂ ਇੱਕ ਗੱਲ ਆਪਣੇ ਪਿੰਡ ਵੱਲੋਂ, ਸਾਡੇ ਪਿੰਡ ਦੀ ਸਾਂਝੀ ਕਮੇਟੀ ਸੀਗੀ ਜਿਹਦੇ ਵਿੱਚ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਅਸੀਂ ਇੱਕ ਮੰਚ ਤੇ ਇਕੱਠੇ ਹੋਏ ਆ ਔਰ ਸਾਡਾ ਜਿਹੜਾ ਭੁੱਖ ਹੜਤਾਲ ਜਾਰੀ ਆ। ਜਿਹੜੀ ਸਾਡੀ ਪਹਿਲਾਂ ਤੇ 5 ਦਿਨ ਦਾ ਪ੍ਰੋਗਰਾਮ ਸੀ, ਲੇਕਿਨ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੇਖਿਆ ਜਾ ਰਿਹਾ ਆ ਔਰ ਇਸ ਦੇ ਤਹਿਤ ਅਸੀਂ ਲੰਮਾ ਸਮਾਂ, ਜਿੰਨੀ ਦੇਰ ਤੱਕ ਹੁਣ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਇਸੇ ਹੀ ਤਰ੍ਹਾਂ ਇੱਥੇ ਬੈਠੇ ਰਵਾਂਗੇ। ਔਰ ਪੂਰੇ ਨਗਰ ਵੱਲੋਂ ਅਸੀਂ ਮੋਦੀ ਨੂੰ ਇਹ ਚੇਤਾਵਨੀ ਦੇ ਦਿੰਦੇ ਆ ਕਿ ਆਪਣਾ ਬਿੱਲ ਵਾਪਸ ਲੈ ਲਾ, ਨਹੀਂ ਤਾਂ ਤੇਰੇ ਭਾਜਪਾ ਦੇ ਜਿਹੜੇ 2-4 ਬੰਦੇ ਰਹਿ ਗਏ ਨੇ, ਸਿਰਫ 2-4 ਗਿਣਤੀ ਦੇ 2-4 ਹੀ ਰਹਿ ਗਏ ਨੇ, ਅਸੀਂ ਉਹਨਾਂ ਦੇ ਨੱਕ 'ਚ ਦਮ ਕਰ ਦੇਵਾਂਗੇ। ਨਾ ਹੀ ਅਸੀਂ ਆਪਣੇ ਨਗਰ 'ਚ ਵੜਨ ਦੇਵਾਂਗੇ, ਨਾ ਹੀ ਤੁਹਾਡਾ ਝੰਡਾ ਤੇ ਨਾ ਹੀ ਤੁਹਾਡਾ ਡੰਡਾ ਲੱਗਣ ਦੇਵਾਂਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਵੇਰਕਾ ਨਿਵਾਸੀਆਂ ਦੇ ਵੱਲੋਂ ਜਿਹੜੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ, ਕੀ ਨਾਮ ਹੈ ਜੀ? ਪ੍ਰੋਫੈਸਰ ਬਲਦੇਵ ਸਿੰਘ ਜੀ। ਸਰ ਕੀ ਕਹਿਣਾ ਚਾਹੁੰਦੇ ਭੁੱਖ ਹੜਤਾਲ ਤੇ ਬੈਠੇ ਹੋ, ਪਰ ਕੇਂਦਰ ਸਰਕਾਰ ਆਪਣੀ ਅੜੀ ਤੇ ਅੜਿਆ ਹੋਇਆ ਕਿ ਜਿਹੜੇ 3 ਬਿੱਲ ਵਾਪਸ ਨਹੀਂ ਲੈ ਰਿਹਾ? ਦੇਖੋ ਜੀ, ਉਸੇ ਅੜੀ ਨੂੰ ਤੋੜਨ ਵਾਸਤੇ ਅਸੀਂ ਵੇਰਕੇ ਦੇ ਵਿੱਚ ਇਹ ਸ਼ੁਰੂਆਤ ਕੀਤੀ ਹੈ। ਪਹਿਲੀ ਸ਼ੁਰੂਆਤ ਨਹੀਂ, ਜਦੋਂ ਦੇ ਕਿਸਾਨ ਕਮੇਟੀ ਨੇ, ਸੰਘਰਸ਼ ਕਮੇਟੀ ਨੇ ਸੱਦਾ ਦਿੱਤਾ, ਉਦੋਂ ਤੋਂ ਹੀ ਅਸੀਂ ਲਗਾਤਾਰ ਵੇਰਕੇ ਦੇ ਵਿੱਚ ਸਾਰੀਆਂ ਜਿੰਨੀਆਂ ਉੱਪਰ ਉਹਨਾਂ ਦੀਆਂ ਕਾਲਾਂ ਆਈਆਂ ਨੇ ਉਹਦੇ ਵਿੱਚ ਤਨਦੇਹੀ ਨਾਲ ਵੇਰਕੇ ਵਿੱਚ ਸਹਿਯੋਗ ਕੀਤਾ ਔਰ ਉਸੇ ਲੜੀ ਤਹਿਤ ਕਿ ਮੋਦੀ ਕਾਰਪੋਰੇਟ ਘਰਾਣਿਆਂ ਕੋਲ ਜਿਹੜਾ ਵਿਕਿਆ ਹੋਇਆ ਹੈ ਉਹਨੂੰ ਵਾਪਸ ਹੋਵੇ। ਇਹਦੇ ਨਾਲ ਇਕੱਲਾ ਕਿਸਾਨਾਂ ਨੂੰ ਨੁਕਸਾਨ ਨਹੀਂ ਆ, ਇਹਦੇ ਨਾਲ ਦੁਕਾਨਦਾਰ ਵੀਰ ਜਿਹੜੇ ਸਾਡੇ ਕੋਲ FCI ਦੇ ਮਹਿਕਮਾ ਹੈ, ਮਾਰਕਫੈਡ ਹੈ, ਪਨਸਬ ਹੈ, ਸਿਵਲ ਸਪਲਾਈ ਹੈ, ਜੇ ਇਹ MC ਖਤਮ ਹੋ ਜਾਏਗੀ, ਜੇ ਸਾਡੀਆਂ ਮੰਡੀਆਂ ਖਤਮ ਕਰ ਦੇਣਗੀਆਂ, ਖਰੀਦ ਪਾਵਰ ਖਤਮ ਕਰ ਦੇਗੀ, ਤੇ ਉਹਦੇ ਨਾਲ ਹਜ਼ਾਰਾਂ ਗਿਣਤੀ ਦੇ ਵਿੱਚ ਸਾਡੇ ਜਿਹੜੇ ਦਫ਼ਤਰੀ ਕਲਰਕ ਨੇ, ਬਾਊ ਨੇ, ਅਫਸਰ ਨੇ, ਉਹ ਵਿਹਲੇ ਹੋ ਜਾਣਗੇ ਤੇ ਲੱਖਾਂ ਦੀ ਗਿਣਤੀ ਦੇ ਸਾਡੇ ਜਿਹੜੇ ਮਜ਼ਦੂਰ ਨੇ, ਜਿਹੜੇ ਮੁਲਾਜ਼ਮ ਨੇ, ਉਹ ਸਾਰੇ ਇਹਦੇ ਤੋਂ ਵਾਂਝੇ ਹੋ ਜਾਣਗੇ। ਇਸ ਕਰਕੇ ਇਹ ਕਾਨੂੰਨ ਗਲਤ ਹੈ। ਇਹ ਕਿਸਾਨ ਮਾਰੂ ਕਾਨੂੰਨ ਨਹੀਂ ਆ, ਇਹ ਹਿੰਦੁਸਤਾਨ ਦਾ ਮਜ਼ਦੂਰ ਗਰੀਬ ਮਾਰੂ ਕਾਨੂੰਨ ਆ। ਸਿਰਫ ਇਹ ਚਾਹੁੰਦੇ ਆ ਕਿ ਜਿਹੜਾ ਕਾਰਪੋਰੇਟ ਘਰਾਣੇ ਮੋਦੀ, ਕੇਂਦਰ ਦੇ ਆਗੂ ਕਿਉਂ ਬਾਰ-ਬਾਰ ਕਿਹਾ ਜਾ ਰਿਹਾ ਕਿ ਇਹ ਕਿਸਾਨਾਂ ਦੇ ਹੱਕ 'ਚ ਹੈਗੇ, ਪਰ ਕਿਸਾਨ ਸਮਝ ਨਹੀਂ ਰਹੇ ਇਹਨਾਂ ਨੂੰ? ਇਹੀ ਗੱਲ ਉਹਨਾਂ ਦੇ ਖਿਲਾਫ ਜਾ ਰਹੀ ਆ। ਪਹਿਲੋਂ ਕਿਉਂਕਿ ਜਿਹੜੇ ਉਹਨਾਂ ਕਾਨੂੰਨ ਬਣਾਏ ਆ, ਮੇਰੇ ਕੋਲ ਕਿਤਾਬ 'ਚ ਆ, ਮੈਂ ਤੁਹਾਨੂੰ ਦੇ ਸਕਦਾ ਹੈ, ਜਾਂ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ, ਮੀਡੀਆ ਰਾਹੀਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹਨੂੰ ਪੜ੍ਹੋ। ਉਹ ਇੰਨੀ ਖਤਰਨਾਕ ਉਹਦੇ 'ਚ ਭਾਸ਼ਾ ਵਰਤੀ ਆ, ਉਹ ਵਪਾਰੀ ਕਰਨਾ। ਅਸੀਂ ਕਿਸਾਨ ਵਪਾਰੀ ਨਹੀਂ, ਅਸੀਂ ਖੇਤੀ ਕਰਦੇ ਆ, ਆਪਣੀ ਫਸਲ ਨੂੰ ਵੇਚਣ ਜਾਂਦੇ ਆ, ਉਸ ਫਸਲ ਦੇ ਅਗੇਂਸਟ ਅਸੀਂ ਆਪਣਾ ਬਾਕੀ ਜ਼ਿੰਦਗੀ ਦਾ ਨਿਰਵਾਹ ਕਰਦੇ ਆ। ਸਾਡੇ ਨਾਲ ਹੀ ਜੇ ਛੋਟੇ ਦੁਕਾਨਦਾਰ ਬੈਠੇ ਨੇ, ਸਾਡੇ ਨਾਲ ਜਿਹੜੇ ਮੰਡੀਆਂ ਵਾਲੇ ਬੈਠੇ ਨੇ, ਆੜ੍ਹਤੀਏ ਬੈਠੇ ਨੇ, ਜਿਹੜੇ ਸਾਡਾ ਉਸ ਵੇਲੇ ਸਹਿਯੋਗ ਕਰਦੇ ਨੇ, ਕਿਸਾਨਾਂ ਦਾ ਸਹਿਯੋਗ ਕਰਦੇ ਨੇ। ਇਹ ਅਸੀਂ ਕਹਿੰਦੇ ਆ, ਕੇਂਦਰ ਦੇ ਆਗੂ ਕਹਿ ਰਹੇ ਕਿ ਇਹ ਵਿਚੋਲੇ ਵਿੱਚੋਂ ਕੱਢਤੇ ਆ, ਵਿਚੋਲੇ ਆੜ੍ਹਤੀਆਂ ਨੂੰ ਕਿਹਾ ਗਿਆ। ਨਹੀਂ, ਉਹ ਵਿਚੋਲੇ ਨਹੀਂ ਗਏ। ਇਹਦੇ ਲਈ ਅਸੀਂ ਤੁਹਾਨੂੰ ਸਪਸ਼ਟ ਜਵਾਬ ਦਿੰਦੇ ਆ, ਕਲੀਅਰ ਕਰਨਾ ਚਾਹੁੰਦੇ ਆ। ਉਹ ਕਹਿੰਦੇ ਆ ਜੀ ਤੁਸੀਂ ਮੰਡੀ ਜਿਹੜਾ ਮਰਜ਼ੀ, ਮੈਂ ਤੁਹਾਨੂੰ ਕਹਿੰਦਾ ਜੀ ਤੁਸੀਂ ਇੱਕ ਲਾਇਸੈਂਸ ਬਣਾ ਕੇ ਸਾਡੇ ਕੋਲ ਆ ਗਏ ਹੋ, ਸਾਡੇ ਵੇਰਕੇ ਦਾ ਤੁਸੀਂ ਅੱਜ ਕਣਕ ਖਰੀਦੀ ਆ, ਤੁਸੀਂ ਰਾਤ ਨੂੰ ਇੱਥੋਂ ਜਹਾਜ਼ ਫੜ ਕੇ ਸਿੰਗਾਪੁਰ ਜਾ ਕੇ ਚਲੇ ਗਏ, ਕੈਨੇਡਾ ਚਲੇ ਗਏ, ਬਾਕੀ ਪੇਮੈਂਟ ਕਿੱਥੋਂ ਕਰਨੀ ਆ? ਉਹ ਕਹਿੰਦੇ ਜੀ ਤੁਹਾਡਾ ਘਰ ਆ, ਤੁਹਾਡਾ ਘਰ ਲੱਖ ਦਾ ਹੋਏਗਾ, 2 ਲੱਖ ਦਾ ਹੋਏਗਾ, 10 ਲੱਖ ਦਾ ਹੋਏਗਾ, ਕਰੋੜ ਦਾ ਹੋਏਗਾ, ਤੁਸੀਂ ਪੰਜਾਬ 'ਚੋਂ ਹਜ਼ਾਰਾਂ ਕਰੋੜਾਂ ਦੀ ਫਸਲ ਖਰੀਦ ਕੇ ਚਲੇ ਜਾਂਦੇ ਹੋ, ਉਹਦਾ ਵਾਰਸ ਕੌਣ ਹੈ? ਜਿਹੜੇ ਆੜ੍ਹਤੀਏ ਵਿਚੋਲੇ ਨਹੀਂ ਗਏ। ਇਹ ਸਾਡਾ ਮਰਨ ਜੰਮਣ ਦਾ ਇਹਦੇ ਨਾਲ ਸਾਂਝ ਹੈ। ਜਿਸ ਤਰ੍ਹਾਂ ਪੁਰਾਣੀ ਇੱਕ ਕਹਾਵਤ ਸੀ ਕਿ ਬਾਣੀ ਕੰਠ ਤੇ ਮਾਇਆ ਗੰਠ, ਇਹਨਾਂ ਨੇ ਜਿਹੜੀ ਸਾਡੇ ਆੜ੍ਹਤੀਏ ਨੇ ਉਹ ਸਾਡੀ ਜ਼ਿੰਦਗੀ ਦਾ, ਕਿਉਂਕਿ ਸਾਰੇ ਕਿਸਾਨ ਅਮੀਰ ਨਹੀਂ, ਛੋਟੇ ਦਰਮਿਆਨੀ ਦੇ ਕਿਸਾਨ ਆ ਜਿਹੜੇ ਅਸੀਂ ਗਰਜ ਕਰਦੇ ਹਾਂ। ਜੇ ਸ਼ਹਿਰ ਤੋਂ ਹਟ ਕੇ ਪਿੰਡਾਂ 'ਚ ਚਲੇ ਜਾਈਏ, ਉਹਨਾਂ ਆੜ੍ਹਤੀਆਂ ਦੀਆਂ ਦੁਕਾਨਾਂ ਨੇ, ਅਸੀਂ ਕੱਪੜਾ, ਲੂਣ, ਤੇਲ, ਸਾਬਣ ਸਾਰਾ ਕੁਝ ਉੱਥੋਂ ਖੜਦੇ ਆ, ਪਿੰਡਾਂ ਵਾਲੇ ਖੜਦੇ ਨੇ। ਹੁਣ ਤੁਹਾਡੇ ਵੱਲੋਂ ਅੱਜ ਵੇਰਕੇ ਨਿਵਾਸੀਆਂ ਵੱਲੋਂ ਭੁੱਖ ਹੜਤਾਲ ਤੇ ਬੈਠੇ ਗਏ ਹੋ ਤੇ ਲੋਕਾਂ ਦਾ ਕਿੰਨਾ ਸਮਰਥਨ ਮਿਲ ਰਿਹਾ ਜੀ? ਪੂਰਾ ਨਗਰ ਸਾਡੇ ਨਾਲ ਹੈ ਜੀ। ਮੂਦਲ ਪਿੰਡ ਜਿਹੜੇ ਨਾਲ ਸਾਡੇ ਨਾਲ ਪਿੰਡ ਲੱਗਦੇ ਆ, ਉਹ ਸਾਡੇ ਨਾਲ ਆ। ਉਹ ਆਪਣਾ ਨਾਮ ਹੀ ਸਾਨੂੰ ਦੇ ਕੇ ਗਏ ਨੇ। ਅਸੀਂ ਕੱਲ੍ਹ ਸ਼ੁਰੂ ਕੀਤੀ ਸੀ ਔਰ ਅਸੀਂ ਇਹ ਸੋਚਿਆ ਸੀ ਕਿ ਇਹ 7 ਦਿਨ ਲਈ ਚਲਾਉਣੀ ਆ, ਪਰ ਕੱਲ੍ਹ ਸਾਡੇ ਕੋਲ ਜਿਹੜੀਆਂ ਲਿਸਟਾਂ ਕੱਲ੍ਹ ਹੀ ਬਣ ਗਈਆਂ। ਸਾਡੇ ਕੋਲ 7 ਤਰੀਕ ਤੱਕ ਦੇ ਨਾਂ, ਜਿਹਦੇ 'ਚ ਲੇਡੀਜ਼ ਵੀ ਸ਼ਾਮਲ ਆ ਔਰ ਲੜਕੀਆਂ, ਮੁਲਾਜ਼ਮ, ਇਹ ਸਾਨੂੰ ਆਪ ਉਧਰੇ ਆ ਕੇ ਆਪ ਅਗਾਂਹ ਪਹਿਲ ਕਦਮੀ ਕਰਕੇ ਕਹਿੰਦੇ ਆ। ਕਿਸਾਨ ਕੜਾਕੇ ਦੀ ਠੰਡ ਦੇ ਵਿੱਚ ਬੈਠੇ ਆਪਣੇ ਹੱਕਾਂ ਵਾਸਤੇ ਲੜਦੇ ਸ਼ਹੀਦ ਹੋ ਗਏ ਨੇ, ਪਰ ਕੇਂਦਰ ਸਰਕਾਰ ਦੇ ਸਿਰ ਤੇ ਜੂੰ ਤੱਕ ਨਹੀਂ ਖਿਸਰ ਗਈ। ਇਹਨੂੰ ਕਿੱਦਾਂ ਬਿਆਨ ਕਰੇ?
ਸਰਕਾਰ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਪਾੜ ਪੈ ਚੁੱਕਾ ਜੀ। ਬਹੁਤ ਸਾਰੇ ਜਿਹੜੇ ਸਿਆਣੇ ਭਾਜਪਾ ਦੇ ਲੀਡਰ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ, ਉਹ ਪਰ ਸਿਰਫ ਮੋਦੀ ਘਰਾਣਾ ਇੰਨਾ ਭਾਰੂ ਹੋ ਗਿਆ ਹੈ। ਤੁਸੀਂ ਦੇਖੋ ਪਿਛਲੇ ਦਿਨਾਂ 'ਚ ਜਿਹੜੇ ਪ੍ਰਧਾਨ ਮੰਤਰੀ ਜੀ ਮੋਦੀ ਦਾ ਪੋਤਰਾ ਜੰਮਦਾ ਤੇ ਵਧਾਈ ਦੇਣ ਜਾਂਦੇ ਆ। 6 ਕਿਲੋਮੀਟਰ ਟਿੱਕਰੀ ਬਾਰਡਰ ਤੇ 3 ਕਿਲੋਮੀਟਰ ਆ, 6 ਕਿਲੋਮੀਟਰ ਸਿੱਧੂ ਬਾਰਡਰ ਆ, ਉੱਥੋਂ ਤਾਂ ਤੁਸੀਂ ਕਿਉਂਕਿ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ ਮੋਦੀ ਦਾ ਬਹੁਤ ਵੱਡਾ ਹੱਥ ਹੈ। ਔਰ ਇਹੀ ਕਾਰਨ ਹੈ ਕਿ ਜੇ ਇਹ ਸਾਡੀ ਸਰਕਾਰ ਚੱਲਦੀ ਆ, ਅਡਾਨੀ ਬਾਨੀਆਂ ਨੇ ਫੰਡ ਦਿੱਤਾ ਤੇ ਮੋਦੀ ਪ੍ਰਧਾਨ ਮੰਤਰੀ ਬਣਿਆ। ਮੋਦੀ ਦੀ ਕੁਰਸੀ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਸਿਰ ਤੇ ਖੜੀ ਆ, ਨਹੀਂ ਤੇ ਉਹ ਕੁਰਸੀ ਉਦੋਂ ਹੀ ਹਿੱਲ ਜਾਏਗੀ। ਇਹ ਕਾਨੂੰਨ ਨੂੰ ਵਾਪਸ ਲੈਣੀ ਪੈਣਗੇ। ਠੰਡੇ ਕੜਾਕੇ 'ਚ ਬੈਠੇ ਨੇ। ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਤੁਸੀਂ ਪਿਛਲੇ ਦਿਨਾਂ 'ਚ ਲੰਘ ਕੇ ਗਿਆ, ਕੱਲ੍ਹ ਹੀ ਮੁੱਕਾ ਹੈ। ਮਾਤਾ ਗੁਜਰੀ ਠੰਡੇ ਬੁਰਜਾਂ 'ਚ ਬੈਠੇ, ਸਾਡੇ ਚਾਰੇ ਸਾਹਿਬਜ਼ਾਦੇ, ਸਾਡੇ ਗੁਰੂ ਸਾਹਿਬ। ਪੰਜਾਬ ਲਗਾਤਾਰ, ਔਰ ਇਹ ਪੰਜਾਬ ਦੀ ਧਰਤੀ ਜਿਹੜੀ ਹੈ ਸੂਰਬੀਰਾਂ ਦੀ ਧਰਤੀ ਹੈ, ਕਿਉਂਕਿ ਜਿੰਨੇ ਹਮਲਾਵਾਰ ਦਿੱਲੀ ਨੂੰ ਜਾਂਦੇ ਰਹੇ ਨੇ ਉਹ ਪੰਜਾਬ ਥਣੀ ਲੰਘ ਕੇ ਜਾਂਦੇ ਰਹੇ। ਹਰਿਆਣਾ ਸਾਡਾ ਹਿੱਸਾ ਹੈ। ਅੱਜ ਇਹਨਾਂ ਨੇ ਵੰਡ ਕਰਤਾ, ਹਰਿਆਣਾ ਵੀ ਸਾਡੇ ਨਾਲ, ਪੰਜਾਬ ਤੇ ਹਰਿਆਣਾ ਇੱਕ ਸੀ। ਇਸੇ ਕਰਕੇ ਪੰਜਾਬ ਵਾਲੇ ਜਦੋਂ ਚੱਲਿਆ ਤੇ ਹਰਿਆਣੇ ਵਾਲਿਆਂ ਅਗਵਾਈ ਕੀਤੀ ਆ, ਔਰ ਉਹ ਛੇਤੀ ਜਾ ਕੇ ਪਹਿਲੋਂ ਉਹਨਾਂ ਨੇ ਜਾ ਕੇ ਸਿੱਧੂ ਬਾਰਡਰ ਤੇ ਪਹੁੰਚਿਆ, ਟਿੱਕਰੀ। ਪਹਿਲੋਂ ਉਹਨਾਂ ਨੂੰ ਲੱਗਦਾ, ਲੋਕਾਂ ਨੂੰ ਪ੍ਰਚਾਰ ਕਰਦੇ ਅਸੀਂ ਜਾ ਕੇ ਆਏ ਹਾਂ। ਜਿਹੜੇ ਬੈਠੇ ਧਰਨੇ ਜਿਹਨਾਂ ਦੇ ਬਹੁਤੇ ਅਸੀਂ ਜਾ ਕੇ ਆਏ। ਅਸੀਂ ਸਾਡੇ ਖਿਲਾਫ ਉੱਥੇ ਪ੍ਰਚਾਰ ਉੱਥੇ ਕਰ ਰਹੇ ਨੇ ਕਿ ਕਿਸਾਨ ਨਹੀਂ। ਅਸੀਂ ਕਹਿੰਦੇ ਹਾਂ ਕਿ ਪੂਰਾ ਕਿਸਾਨ ਉਸ ਧਰਨਿਆਂ 'ਚ ਬੈਠਾ, ਪਰ ਜਿਹੜੇ ਲੋਕ ਸੁਚੇਤ ਹੋ ਗਏ ਆ। ਅੱਜ ਦੇਖੋ ਸਾਡੇ ਨਾਲ ਦੁਕਾਨਦਾਰ ਬੈਠੇ ਨੇ, ਸਾਡੇ ਨਾਲ ਕਹਿ ਸਕਦੇ ਆ ਕਿ ਕਿਸਾਨਾਂ ਦਾ ਮੁੱਦਾ ਨਹੀਂ ਪੂਰੇ ਭਾਰਤ ਦਾ ਮੁੱਦਾ ਬਣ ਚੁੱਕਾ ਹੈ। ਹਾਂ ਬਿਲਕੁਲ, ਉਹਦਾ ਕਾਰਨ ਹੈ ਜੇ ਜ਼ਮੀਨਾਂ ਖੁੱਸਦੀਆਂ ਨੇ ਤੇ ਛੋਟਾ ਕਾਰੋਬਾਰ ਤਬਾਹ ਹੁੰਦਾ ਹੈ, ਛੋਟਾ ਦੁਕਾਨਦਾਰ ਤਬਾਹ ਹੁੰਦਾ ਹੈ। ਲਿਫਾਫਿਆਂ ਦੇ ਇਹ ਮਤਲਬ ਜਿੱਦਾਂ ਹੁਣ ਤੁਸੀਂ ਦੇਖੋ ਅੱਜ ਆਟਾ 30 ਰੁਪਏ ਵਿਕਦਾ, ਮੁੜ ਕੇ 100 ਰੁਪਏ ਕਿੱਲੋ, ਉਹਨਾਂ ਦੀ ਮਰਜ਼ੀ ਆ। ਆਲੂ ਅੱਜ ਚਿਪਸ, ਇਹ ਸਾਡੇ ਕੋਲ ਆਲੂ ਕੀ ਭਾਅ ਲੈਂਦੇ ਨੇ ਤੇ ਚਿਪਸ ਕਿੰਨੇ ਦਾ ਪੈਕਟ ਵੇਚਦੇ ਨੇ। ਇਹ ਮੁੜ ਕੇ ਆਟਾ ਵੀ, ਦਾਲਾਂ ਵੀ, ਇਹ ਸਾਰਾ ਇੱਦਾਂ ਜਾਇਆ ਕਰਨੀ ਹੈ। ਇਸ ਕਰਕੇ ਲੋਕ ਸੁਚੇਤ ਹੋ ਗਿਆ। ਔਰ ਇੱਕ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਅੱਗੇ ਪੰਜਾਬ ਹਰਿਆਣੇ ਦੇ ਲੋਕ ਚੇਤ ਸੀ, ਹੁਣ ਜਿਹੜਾ ਬੰਗਾਲ, ਬਿਹਾਰ, ਜਿਹੜਾ ਇਹਨਾਂ ਦਾ ਜਿਨ੍ਹਾਂ ਦਾ ਇਲਾਕਾ, ਉਹ ਵੀ ਕਿਸਾਨ ਸਮਝਣ ਲੱਗ ਪਿਆ ਕਿ ਇਹ ਕਾਨੂੰਨ ਗਲਤ ਸੀ। ਇਸੇ ਕਰਕੇ ਪੰਜਾਬ ਵਾਲੇ ਜਾਗੇ ਨੇ, ਹਰਿਆਣੇ ਵਾਲੇ ਜਾਗੇ ਨੇ। ਔਰ ਸਾਨੂੰ ਇਹ ਖੁਸ਼ੀ ਹੈ ਕਿ ਅੱਜ ਪੂਰਾ ਹਿੰਦੁਸਤਾਨ ਇਸ ਗੱਲ ਤੇ, ਔਰ ਜਿਹੜਾ ਸੁਪਰੀਮ ਕੋਰਟ ਨੇ ਇਹ ਡੀਕ ਰਹੇ ਨੇ। ਜਿਹੜੀ ਤੁਸੀਂ ਗੱਲ ਕਰੋਗੇ ਅੱਜ, ਪੁੱਛੋਗੇ ਕਿ ਅੱਜ 29 ਤੋਂ 30 ਕਿਉਂ ਕੀਤੀ, ਉਹ ਇਹਨਾਂ ਹਾਈ ਕੋਰਟ 'ਚ ਗਏ ਨੇ, ਸੁਪਰੀਮ ਕੋਰਟ 'ਚ ਗਏ ਨੇ। ਇਹ ਸੋਚਦੇ ਸੀ ਕਿ ਕਿਸਾਨ ਨਾ ਕਰ ਦੇਣਗੇ ਕਿ ਅਸੀਂ 29 ਵਾਲੀ ਹੀ ਆਉਣਾ, 30 ਨੂੰ ਨਹੀਂ ਆਉਣਾ, ਉਹਨਾਂ ਨੂੰ ਇੱਕ ਬਹਾਨਾ ਮਿਲ ਜਾਏਗਾ। ਨਹੀਂ, ਕਿਸਾਨ ਕੋਈ ਇਹਨਾਂ ਨੂੰ ਬਹਾਨਾ ਨਹੀਂ ਦੇਣਾ ਚਾਹੁੰਦੇ। ਪਰ ਕਿਸਾਨਾਂ ਦਾ ਮੁੱਦਾ ਇੱਕ ਹੀ ਆ ਕਿ 3 ਕਾਨੂੰਨ ਬਿਲਕੁਲ ਖਤਮ ਕਰੋ, ਔਰ ਜਿਹੜਾ ਬਿਜਲੀ ਦਾ ਔਰ ਪਰਾਲੀ ਦਾ ਜਿਹੜਾ ਕਾਨੂੰਨ ਤੁਸੀਂ ਲਿਆ ਹੈ ਉਹਨੂੰ ਵਾਪਸ ਲਓ। ਇਹ ਤੋਂ ਘੱਟੋ ਘੱਟ ਸਾਡੀਆਂ ਇਹ ਡਿਮਾਂਡ ਆ, ਇਹ ਸ਼ਰਤਾਂ ਨਹੀਂ ਆ, ਇਹ ਸਾਡੀ ਮੰਗ ਆ ਕਿ ਅਸੀਂ ਇਹ ਤੋਂ ਬਿਨਾਂ ਵਾਪਸ ਨਹੀਂ ਆਉਣਾ। ਇਹ ਕਿਸਾਨ ਜਥੇਬੰਦੀਆਂ ਦ੍ਰਿੜ ਨੇ, ਔਰ ਸੁਪਰੀਮ ਕੋਰਟ ਦੇ ਅਸੀਂ ਆਸ ਰੱਖਦੇ ਹਾਂ ਕਿ ਸੁਪਰੀਮ ਕੋਰਟ ਪਹਿਲ ਕਦਮੀ ਕਰੇ। ਔਰ ਜਿਹੜੇ ਉੱਥੇ ਦਿੱਲੀ ਦੇ ਵਿੱਚ ਬੈਠੇ ਨੇ ਮਜ਼ਦੂਰ ਕਿਸਾਨ, ਔਰ ਐਕਸੀਡੈਂਟ ਹੋ ਰਹੇ ਨੇ, ਡੈਥ ਹੋ ਰਹੀ ਆ, ਔਰ ਆਤਮਦਾਹ ਕੀਤਾ ਜਾ ਰਿਹਾ, ਉਹਨੂੰ ਅਸੀਂ ਲੋਕੀ ਕਹਿੰਦੇ ਸੁਸਾਈਡ ਕਰਦੇ, ਕਹਿੰਦੇ ਸੁਸਾਈਡ ਨਹੀਂ ਕਰਦੇ। ਉਹ ਆਪਣੀ ਇੱਛਾ ਅਨੁਸਾਰ ਜਿਹੜੇ ਇੱਕ ਸ਼ਹੀਦੀ ਪ੍ਰਾਪਤ ਕਰ ਰਿਹਾ ਕਿ ਇਹ ਕਿਸਾਨਾਂ ਦਾ ਮੁੱਦਾ ਜਾਇਜ਼ ਆ, ਹਿੰਦੁਸਤਾਨ ਦੇ ਲੋਕਾਂ ਦਾ ਮੁੱਦਾ ਜਾਇਜ਼ ਆ। ਔਰ ਦੇਖੋ ਇੱਕ ਵਕੀਲ ਸੁਸਾਈਡ ਕਰ ਰਿਹਾ, ਇੱਕ ਧਾਰਮਿਕ ਜਥੇ ਬਾਬਾ ਜੀ ਸੁਸਾਈਡ ਕਰ ਰਿਹਾ। ਜਿਹੜੇ ਸੁਚੇਤ ਨੇ ਉਹ ਇਹ ਨਹੀਂ ਹੈ ਕਿ ਉਹ ਸੁਸਾਈਡ ਕਰਕੇ, ਨਹੀਂ, ਅਸੀਂ ਉਹਨਾਂ ਆਤਮਦਾਹ ਕੀਤਾ, ਉਹਨਾਂ ਆਪਣੇ ਆਪ ਨੂੰ ਸਮਰਥਨ ਕੀਤਾ, ਆਪਣੀ ਜਾਨ ਦਾ ਆਤਮਦਾਹ ਕੀਤਾ। ਇਹਨਾਂ ਦੇ ਆਹੂਤੀ ਪਾਈ ਆ ਇਸ ਜੱਗ ਵਿੱਚ, ਉਹਨਾਂ ਨੇ ਆਪਣੀ ਆਹੂਤੀ ਪਾਈ ਆ ਕਿ ਅਸੀਂ ਆ ਲਓ ਤੁਸੀਂ ਗਲਤ ਹੋ, ਔਰ ਅਸੀਂ ਸਾਬਤ ਕਰਦੇ ਹਾਂ ਕਿ ਜਿਹੜਾ ਕਾਰਪੋਰੇਟ ਘਰਾਣਾ ਔਰ ਮੋਦੀ ਸਰਕਾਰ ਹੈ ਉਹ ਗਲਤ ਹੈ। ਔਰ ਇਹ ਸਾਨੂੰ ਵਿਸ਼ਵਾਸ ਹੋ ਗਿਆ ਕਿ ਮੋਦੀ ਇਕੱਲਾ ਹੀ ਰਹਿ ਗਿਆ। ਬਹੁਤ ਭਾਜਪਾ ਲੀਡਰ ਸਿਆਣੇ ਹੋ ਗਿਆ। ਰਾਤੀ ਬਹਿਸ ਦੇ ਵਿੱਚ ਜਿਹੜੇ ਪੰਜਾਬ ਦੇ ਲੀਡਰ ਸੀਗੇ ਭਾਜਪਾ ਦੇ, ਉਹ ਇਹ ਗੱਲ ਕਹਿਣ ਨੂੰ ਤਿਆਰ ਹੋ ਗਿਆ ਕਿ ਜਿਹੜੇ ਉਹ ਬਿਆਨ ਦੇ ਰਹੇ ਆ ਜੀ ਉਹ ਉਹਨਾਂ ਦੇ ਨਿੱਜੀ ਹੋ ਸਕਦੇ ਆ। ਅਖੀਰ ਉਹਨਾਂ ਨੂੰ ਕਹਿਣਾ ਪਿਆ ਕਿ ਅਸੀਂ ਨਿਖੇਧੀ ਕਰਦੇ ਆ ਉਹਨਾਂ ਦੇ ਬਿਆਨਾਂ ਦੀ। ਇਹਦਾ ਮਤਲਬ ਹੈ ਕਿ ਜੇ ਪੰਜਾਬ ਦੇ ਭਾਜਪਾ ਦੇ ਲੀਡਰ ਸਿਆਣੇ ਬਣਦੇ, ਸੁਚੇਤ ਹੋ ਰਿਹਾ, ਤੇ ਪੂਰੇ ਹਿੰਦੁਸਤਾਨ ਦੇ ਭਾਜਪਾ ਦੇ ਲੀਡਰ ਜਿਹੜੇ ਆ ਉਹ ਸੁਚੇਤ ਹੋ ਰਹੇ ਨੇ। ਸੋ ਇਸ ਭੁੱਖ ਹੜਤਾਲ ਦੇ ਵਿੱਚ ਹੋਰ ਵੀ ਸ਼ਾਮਲ ਹੋਏ ਨੇ, ਉਹਨਾਂ ਦਾ ਕੀ ਕਹਿਣਾ? ਅੱਜ ਕੀ ਨਾਮ ਹੈ ਜੀ? ਧਰਮਵੀਰ ਸਿੰਘ। ਸਰ, ਕੀ ਕਹਿਣਾ ਚਾਹੁੰਦੇ ਹੋ? ਭੁੱਖ ਹੜਤਾਲ ਕੀਤੀ ਜਾ ਰਹੀ ਆ, ਪਰ ਕੇਂਦਰ ਸਰਕਾਰ ਆਪਣੀ ਅੜੀ ਤੇ ਅੜਿਆ ਹੋਇਆ ਕਿ ਜਿਹੜੇ 3 ਬਿੱਲ ਵਾਪਸ ਨਹੀਂ ਲੈ ਰਿਹਾ। ਕੇਂਦਰ ਸਰਕਾਰ ਦਾ ਅੜੀਅਲ ਵਤੀਰੇ ਕਰਕੇ ਹੀ ਜਿਹੜੇ ਕਿਸਾਨ ਸੰਘਰਸ਼ ਕਮੇਟੀ ਵਾਲੇ ਨੇ ਸਾਰੇ ਜਣੇ ਨੇ ਹੜਤਾਲਾਂ ਕਰ ਰਹੇ ਨੇ। ਵਾਰੀ-ਵਾਰੀ ਹਰ ਪਿੰਡ 'ਚੋਂ ਜਥੇ ਜਾ ਰਹੇ ਨੇ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ। ਕੇਂਦਰ ਸਰਕਾਰ ਦਾ ਜਿਹੜਾ ਵਤੀਰਾ ਵਾ ਉਹਨੂੰ ਹੀ ਇਹ ਵਹਿੰਦੇ ਹੋਏ ਇਹ ਸਾਰੇ ਜਣੇ ਜਿਹੜਾ ਉਹਨਾਂ ਦਾ ਅੜੀਅਲ ਵਤੀਰਾ ਵਾ, ਉਸੇ ਕਰਕੇ ਹੀ ਸਾਰੇ ਪੰਜਾਬ ਦੇ ਸਾਰੇ ਵਰਗ, ਦੁਕਾਨਦਾਰ, ਮਜ਼ਦੂਰ,
ਟੀਚਰ ਯੂਨੀਅਨ, ਦੂਸਰੀ ਗਵਰਨਮੈਂਟ EMPLOYEE ਸਾਰੇ ਜਿਹੜੇ ਨੇ ਉਹ ਇਸ ਗਵਰਨਮੈਂਟ ਦੇ ਖਿਲਾਫ ਜਿਹੜੇ ਆ ਸਾਰੇ ਲੋਕ ਜਿਹੜੇ ਆ ਉਹ ਧਰਨੇ ਦੇ ਰਹੇ ਨੇ। ਤੇ ਤੁਹਾਡੇ ਵੱਲੋਂ ਅੱਜ ਕੀ ਕੀਤਾ ਜਾ ਰਿਹਾ ਜੀ? ਸਾਡੇ ਵੱਲੋਂ ਅੱਜ ਨਗਰ ਵੇਰਕਾ ਦੇ ਸਮੂਹ ਨਗਰ ਦੇ ਸਾਡੇ ਬੰਦੇ ਜਿਹੜੇ ਆ ਉਹ ਕੱਲ ਵੀ ਭੁੱਖ ਹੜਤਾਲ ਤੇ ਬੈਠੇ ਸੀ, ਅੱਜ ਵੀ ਬੈਠੇ ਆ ਔਰ ਲਗਾਤਾਰ ਜਿਹੜੇ ਆ ਅਸੀਂ 7 ਤਰੀਕ ਤੱਕ ਦਾ ਸਾਡੇ ਕੋਲ ਪ੍ਰੋਗਰਾਮ ਪਿੰਡ ਵਿੱਚੋਂ ਆ ਗਿਆ ਵਾ। ਉਹਦੇ ਤੋਂ ਜੇ ਗਾਂਹ ਵੀ ਪ੍ਰੋਗਰਾਮ ਆ ਗਿਆ ਸਾਡੇ ਕੋਲ ਭੁੱਖ ਹੜਤਾਲ ਤੇ ਬਹਿਣ ਦਾ, ਤੇ ਸਾਰਾ ਹੀ ਸਮੂਹ ਪਿੰਡ, ਕੋਈ ਪਾਰਟੀ ਨਹੀਂ ਗੀ ਇਸ ਭੁੱਖ ਹੜਤਾਲ ਦੇ ਵਿੱਚ, ਇੱਥੇ ਸਮੂਹ ਨਗਰ ਸਾਰਾ ਇਕੱਠਾ ਹੋ ਕੇ ਕਿਸਾਨ ਸੰਘਰਸ਼ ਕਮੇਟੀ ਦੇ ਸਮਰਥਨ ਦੇ ਵਿੱਚ ਬਿੱਲ ਰੱਦ ਕਰਾਉਣ ਦੇ ਲਈ, ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਸਾਰੇ ਜਣੇ ਅਸੀਂ ਪਿੰਡ ਵਾਸੀ ਜਿਹੜੇ ਆ ਉਹ ਧਰਨਾ ਦੇ ਰਹੇ ਹਾਂ। ਵੇਰਕਾ ਨਿਵਾਸੀਆਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਤੇ ਕਾਫੀ ਸਮਰਥਨ ਮਿਲ ਰਿਹਾ ਭੁੱਖ ਹੜਤਾਲ ਦੇ ਵਿੱਚ, ਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਹੈ 3 ਬਿੱਲ ਜਿੰਨ 'ਚ ਰੱਦ ਨਹੀਂ ਹੁੰਦੇ ਉਦੋਂ ਤੱਕ ਭੁੱਖ ਹੜਤਾਲ ਦੇ ਉੱਤੇ ਇੱਦਾਂ ਹੀ ਸੰਘਰਸ਼ ਵੱਧਦਾ ਨਜ਼ਰ ਆਊਗਾ, ਕਿਉਂਕਿ ਕੇਂਦਰ ਸਰਕਾਰ ਆਪਣੀ ਅੜੀ ਤੋਂ ਹੋਇਆ ਤੇ ਕਿਸਾਨ ਆਪਣੇ ਹੱਕਾਂ ਵਾਸਤੇ ਕੜਾਕੇ ਦੀ ਠੰਡ ਦੇ ਵਿੱਚ ਬੈਠੇ ਨੇ, ਕਿਉਂਕਿ ਸਿੱਖ ਕੌਮ ਆਪਣੇ ਹੱਕ ਲੈਣਾ ਜਾਣਦੀ ਆ ਤੇ ਜਿਹੜਾ ਮੋਦੀ ਸਰਕਾਰ ਦੇ ਤੌਣ ਦੇ ਵਿੱਚ ਸਰੀਆ ਵਾ ਇਹ ਸਿੱਖ ਕੌਮ ਹੀ ਕੱਢ ਸਕਦੀ ਆ। ਤੇ ਦਿੱਲੀ ਦੇ ਵਿੱਚ ਵੀ ਮੋਰਚੇ ਜਿਹੜੇ ਬੁਲੰਦ ਨੇ ਤੇ ਹੋਰ ਕੜਾਕੇ ਦੀ ਜਿੰਨੀ ਮਰਜ਼ੀ ਠੰਡ ਪਏ, ਪਰ ਜਿਹੜੇ ਆਪਣੇ ਹੱਕ ਨੇ, ਜਿਹੜੇ 3 ਬਿੱਲ ਨੇ ਉਹਨਾਂ ਨੂੰ ਰੱਦ ਕਰਵਾ ਕੇ ਰਹਿਣਗੇ। ਕੈਮਰਾ ਪਰਸਨ ਸੰਦੀਪ ਕੁਮਾਰ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।